ਦੀ ਜਿਹੜੀ ਗਵਰਨਮੈਂਟ ਹੈ ਇਹਨੇ ਜਦ ਤੋਂ ਆਈ ਹੈ ਨੇ ਇੱਕ ਰਾਗ ਲਾਪਿਆ ਹੋਇਆ ਗੈਂਗਸਟਰ 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 ਹਰ ਪਾਸੇ ਗੈਂਗਸਟਰ। ਪਰ ਇਹ ਗੱਲ ਇਹ ਵੀ ਸਿੱਟ ਦਿੰਦੇ ਨੇ ਪਿਛਲੀਆਂ ਸਰਕਾਰਾਂ ਦੇ ਪੈਦਾ ਕੀਤੇ। ਵਾਕਈ ਲੱਗਦਾ ਇਹਨਾਂ ਕਿ ਗੈਂਗਸਟਰ ਹੈਗਾ ਪੰਜਾਬ ਦੇ ਵਿੱਚ ਜੋ ਇਹ ਹਾਲਾਤ ਸਾਰੇ ਡਰੱਗ ਦਾ ਧੰਦਾ ਜਿਹੜਾ ਉਦੋਂ ਵਧਿਆ ਹੋਇਆ ਹੈ। ਇਹ ਗੈਂਗਸਟਰ ਦਾ ਉਹਦਾ ਇੱਕ ਪਾਰਟ ਹੈ। ਮਤਲਬ ਇੱਕ ਤਾਂ ਇੱਕ ਉਹਦੀ ਮਤਲਬ ਬਾਈ ਪ੍ਰੋਡਕਟ ਹੈ, ਰਿਫਲੈਕਸ਼ਨ ਹੈ। ਜੇ ਡਰੱਗ ਦਾ ਧੰਦਾ ਚੱਲੂਗਾ ਤਾਂ ਗੈਂਗਸਟਰ ਦਿਖਾਈ ਦੇਊਗਾ। ਜ਼ਿਆਦਾ ਸਰਕਾਰਾਂ ਪਿਛਲੀਆਂ ਵਿਕਰਮ ਮਜੀਠੀਆ ਨੂੰ ਕਹਿੰਦੀਆਂ ਸੀ ਉਹਨਾਂ ਨੂੰ ਜੇਲ੍ਹ ਸਿੱਟ ਲਿਆ ਜੀ। ਕੋਈ ਵਾਰ ਵਿਜੇ ਪ੍ਰਤਾਪ ਵੀ ਬੜੇ ਦਾਅਵੇ ਵਾਅਦੇ ਜਦ ਕਰਦੇ ਸੀ ਤੇ ਹੁਣ ਤਾਂ ਉਹਨਾਂ ਦੀ ਸਰਕਾਰ ਹੈ ਤੇ ਵਿਕਰਮ ਮਜੀਠੀਆ ਵੀ ਹੁਣ ਜਿਹੜੇ ਨੇ ਉਹ ਜ਼ਮਾਨਤ ਤੇ ਬਾਹਰ। ਹੁਣ ਕਿਵੇਂ ਫਿਰ ਡਰੱਗ ਜਿਹੜੀ ਉਹ ਪੂਰੀ ਪੀੜ੍ਹੀ ਸਾਡੀ ਜਿਹੜੀ ਮਤਲਬ ਨਸ਼ਿਆਂ ਨੇ ਖਾ ਲਈ ਹੈ ਉਹਦਾ ਜ਼ਿੰਮੇਵਾਰ ਹੈਗਾ ਤੇ ਉਹਦੀ ਐਵੀਡੈਂਸ ਪਈ ਹੈ। ਕੱਲੀ ਵਰਬਲੀ ਨਹੀਂ, ਸਾਡੇ ਅੱਗੇ ਕਹਿੰਦੇ ਸਾਰੀ ਐਵੀਡੈਂਸ ਪਈ ਹੈ। ਤੁਸੀਂ ਦੱਸ ਰਹੇ ਹੋ ਕਿ ਸਭ ਕੁਝ ਜਿਹੜਾ ਉਹ ਓਕੇ ਉਹਨਾਂ ਨੂੰ ਤਾਂ ਪ੍ਰੋਬਲਮ ਨਹੀਂ। ਤੁਸੀਂ ਤਾਂ ਚਲੋ ਮੰਨ ਲੈਣਾ ਤੁਹਾਡੀ ਵਾਰ ਨੂੰ ਤਾਂ ਕਹਦੇ ਵੀ ਘਰ ਫੂਕ ਤਮਾਸ਼ਾ ਦੇਖ ਲਿਆ, ਉਹ ਤਾਂ ਫਿਰ ਵੀ ਆਜ਼ਾਦ ਨੇ। ਮੇਰਾ ਵੀ ਇਹ ਕੁਐਸਚਨ ਸੀ ਵੀ ਡਰ ਕੀ ਹੈਗਾ ਸੀਗਾ, ਤਾਂ ਕੀ ਡਰ ਹੋਊਗਾ ਤਾਂ ਉਹ ਜਾਣਦੇ ਨੇ। ਤੁਸੀਂ ਸਰਵਿਸ ਕਰਕੇ ਆਏ ਹੋ, ਤੁਹਾਡੇ ਉੱਪਰ ਜਦ ਉਸ ਸਮੇਂ ਪੋਲੀਟੀਕਲ ਕੁਝ ਲੀਡਰ ਸੀ ਉਹਨਾਂ ਦੇ ਆਰਡਰ ਤੇ ਤੁਸੀਂ ਵੀ ਵਰਕ ਕੀਤਾ ਆ, ਪਰ ਉਹ ਪੋਲੀਟੀਕਲ ਲੀਡਰ ਜਿਹੜਾ ਤੁਹਾਡੇ ਮਗਰ ਹੈ ਖਾਸ ਸਿੱਧੀ ਗੱਲ ਮੈਂ ਕਰਾਂ ਨਵਜੋਤ ਸਿੰਘ ਸਿੱਧੂ ਦੀ, ਲੱਗਦਾ ਕਿ ਉਹ ਜੇ ਲੀਡਰ ਨੇ ਜਿਹੜੇ ਪਹਿਲਾਂ ਕੰਮ ਕਰਾ ਲੈਂਦੇ ਫਿਰ ਹੱਥ ਪਿੱਛੇ ਖਿੱਚ ਲੈਂਦੇ ਨੇ ਤੇ ਬੰਦਾ ਜੋ ਜਿਹੜਾ ਸਰਕਾਰੀ ਅਫਸਰ ਹੁੰਦਾ ਆ ਫਿਰ ਉਹ ਫਸ ਜਾਂਦਾ ਜਿਸ ਤਰੀਕੇ ਨਾਲ ਹੁਣ ਤੁਸੀਂ ਭੁਗਤਦੇ ਹੋ। ਜਿਵੇਂ ਅੱਜ ਹੁਣ ਆਪ ਵਾਲਿਆ ਪਾਰਟੀ ਵਾਸਤੇ ਲੋਕਾਂ ਨੂੰ ਭੁਲੇਖੇ ਸੀਗੇ, ਪਰ ਹੈਗੇ ਬੇਸਿਕਲੀ ਉਹੀ ਨੇ। ਨਵਜੋਤ ਸਿੰਘ ਸਿੱਧੂ ਨਾਲ ਸਭ ਤੋਂ ਘਟੀਆ ਸਾਬਤ ਹੋਇਆ। ਉਸ ਕਰਕੇ ਜਿਹੜੇ ਹੈਗੇ ਆ ਇਹ ਲੋਕ ਜਿਹੜੇ ਹੈਗੇ ਆ ਆਪਣੇ ਘਟੀਆਪਣ ਨਾਲ, ਆਪਣੀ ਬੇਜ਼ੁਬਾਨੀ ਨਾਲ, ਆਪਣੇ ਮਤਲਬ ਗਿਰੇ ਹੋਏ ਕਿਰਦਾਰ ਨਾਲ ਹੀ ਅੱਗੇ ਆਉਂਦੇ ਤੇ ਅਸੀਂ ਪੰਜਾਬੀ ਬੜੇ ਭੋਲੇ ਲੋਕ ਇਹਨਾਂ ਦੀਆਂ ਗੱਲਾਂ 'ਚ ਫੇਰਾ ਜਾਂਦੇ ਹਾਂ। ਇੱਕ ਪਾਸੇ ਸਰਕਾਰਾਂ ਕਹਿੰਦੀਆਂ ਨੇ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਦੂਜੇ ਪਾਸੇ ਕਹਿੰਦੀਆਂ ਨੇ ਕਿ ਜਿਹੜਾ ਉਹਨੂੰ ਹਜੇ ਤੱਕ ਕੋਈ ਗ੍ਰਿਫਤਾਰ ਨਹੀਂ ਕਰਨਾ ਚਾਹੁੰਦੇ, ਐਕਸ਼ਨ ਨਹੀਂ ਲੈਣਾ। ਕੀ ਲੱਗਦਾ ਵਾਕਈ ਜਿੰਨੇ ਕੁ ਵਾਅਦੇ ਦਾਅਵੇ ਹੋਏ ਸੀ ਉਹ ਪੂਰੇ ਹੋਣਗੇ ਜਾਂ ਫਿਰ ਇਹ ਉਸੇ ਤਰੀਕੇ ਨਾਲ ਰੰਗ 'ਚ ਰੰਗੀ ਜਾਊਗੀ? ਜਿਹੜਾ 5 ਸਾਲਾਂ ਵਾਸਤੇ ਟੈਂਪਰੇਰੀ ਆਉਂਦੇ ਕੋਈ ਪਰਮਾਨੈਂਟ ਥੋੜਾ ਹੈਗਾ। ਤੇ ਇਹਨਾਂ ਨੇ ਆਪਣਾ ਇੱਕ ਸ਼ੈੱਲ ਬਣਾ ਲਿਆ ਕਿ ਜੇ ਕੱਲ ਨੂੰ ਸਾਨੂੰ ਕੋਈ ਦਿੱਕਤ ਹੋਊ ਤਾਂ ਪ੍ਰੋਸੀਕਿਊਸ਼ਨ। ਅਸੀਂ ਤੁਸੀਂ ਦੇਖ ਰਹੇ ਟੀਵੀ ਪੰਜਾਬ, ਮੈਂ ਤੁਹਾਡਾ ਜਸਪ੍ਰੀਤ ਸਿੰਘ ਆਸ਼ਕ। ਗੱਲ ਕਰਾਂਗੇ ਬਲਵਿੰਦਰ ਸੇਖੋਂ ਹੋਣਾ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ। ਲਗਾਤਾਰ ਹਾਲਾਤ ਨੇ ਜਿਹੜੇ ਉਹ ਬਦਲਦੇ ਜਾਂਦੇ ਨੇ ਪਰ ਇੱਥੇ ਸਰਕਾਰਾਂ ਚੁੱਪੀ ਬੱਠੀ ਰਹਿੰਦੀਆਂ ਨੇ। ਕੇਵਲ ਸਰਕਾਰਾਂ ਉਹੀ ਜਿਹੀ ਰਹਿੰਦੀਆਂ, ਨਾ ਬਦਲ ਜਾਂਦੇ, ਮੰਤਰੀ ਬਦਲ ਜਾਂਦੇ, ਕਾਰਗੁਜ਼ਾਰੀ ਉਹੀ ਰਹਿੰਦੀ ਹੈ। ਗੈਂਗਸਟਰ ਦੀ ਗੱਲ ਹੋਵੇ ਜਾਂ ਡਰੱਗ ਮਾਫੀਆ ਦੀ ਗੱਲ ਹੋਵੇ, ਸੇਖੋਂ ਸਾਹਿਬ ਹਮੇਸ਼ਾ ਬੜੇ ਖੁੱਲ੍ਹ ਕੇ ਬੋਲਦੇ ਨੇ, ਆਪਣੇ ਪੇਜ ਦੇ ਬੋਲਦੇ ਰਹਿੰਦੇ ਨੇ ਤੇ ਅੱਜ ਸਾਡੇ ਨਾਲ ਨੇ ਟੀਵੀ ਚੈਨਲ ਤੇ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸੇਖੋਂ ਸਾਹਿਬ, ਲਗਾਤਾਰ ਸਰਕਾਰਾਂ ਦਾਅਵੇਵਾਦੀ ਬਹੁਤ ਕਰਦੀਆਂ, ਚਾਹੇ ਡਰੱਗ ਦੀ ਗੱਲ ਹੋਵੇ, ਗੈਂਗਸਟਰਾਂ ਦੀ ਗੱਲ ਹੋਵੇ, ਕਾਸੇ ਮਰਜ਼ੀ ਹੋਵੇ, ਕੇਵਲ ਸਰਕਾਰਾਂ ਬਦਲ ਜਾਂਦੀਆਂ, ਸਭ ਕੁਝ ਹੁਲੀਆ ਹਾਲਤ ਉਹੀ ਰਹਿੰਦੀ। ਬਿਲਕੁਲ ਜੀ, ਸਰਕਾਰਾਂ ਦਾ ਕੰਮ ਹੀ ਦਾਅਵੇ ਕਰਨਾ ਰਹਿ ਗਿਆ ਹੈ। ਇਹ ਹੁਣ ਤੋਂ ਸਾਬਤ ਹੋ ਗਿਆ ਇਸ ਗੱਲ ਤੋਂ, ਕਿਉਂਕਿ ਪਿਛਲੀਆਂ 2 ਸਰਕਾਰਾਂ ਆਪਾਂ ਸਾਰੇ ਕਹਿੰਦੇ ਕਿ ਉਹ ਫਰੈਂਡਲੀ ਮੈਚ ਸੀਗਾ। ਉਹ ਇੱਕ ਜਾਂਦਾ ਸੀ, ਉਹ ਦੂਜਾ ਆ ਜਾਂਦਾ ਸੀ, ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ। ਇਸ ਚੀਜ਼ ਤੋਂ ਅੱਕੇ ਹੋਏ ਲੋਕਾਂ ਨੇ ਇੱਕ ਨਵਾਂ ਮੈਂਡੇਟ ਦਿੱਤਾ। ਠੀਕ ਹੈ, ਉਹਨਾਂ ਦੋਨਾਂ ਨੂੰ ਰਵਾਇਤੀ ਪਾਰਟੀ ਨੂੰ ਖੋੜੇ ਲੈਣ ਲਾਇਆ ਤੇ ਐਡਾ ਵੱਡਾ ਮੈਂਡੇਟ ਦਿੱਤਾ ਜਿੰਨਾ ਕਦੇ ਕਿਸੇ ਨੂੰ ਦਿੱਤਾ ਹੀ ਨਹੀਂ ਹੈਗਾ, 92 ਬੰਦਿਆਂ ਦਾ। ਠੀਕ ਹੈ, ਤਾਂ ਇਹ ਸਰਕਾਰ ਵੀ ਜੇ ਉਹੋ ਹੀ ਕਰੂਗੀ ਤਾਂ ਫਿਰ ਹੁਣ ਲੋਕਾਂ ਦਾ ਇਸ ਚੀਜ਼ਾਂ ਦੇ ਰੋਹ ਪੈਦਾ ਹੋਣੇ ਜਿਹੜੇ ਇੱਕ ਬਹੁਤ ਨੋਰਮਲ ਘਟਨਾ ਹੈਗੀ ਹੈ। ਇਹ ਉਹਦਾ ਰਿਐਕਸ਼ਨ ਜਿਹੜਾ ਹੈਗਾ ਬਿਲਕੁਲ ਜਾਇਜ਼ ਹੈ, ਜਿਹੜਾ ਕਿ 3 ਮਹੀਨਿਆਂ 'ਚ ਸੰਗਰੂਰ ਦੀ ਇਲੈਕਸ਼ਨ 'ਚ ਲੋਕਾਂ ਨੇ ਦੱਸ ਦਿੱਤਾ ਸੀਗਾ। ਤਾਂ ਜੋ ਸਰਕਾਰਾਂ ਦੇ ਕਹਿਣ ਤੇ ਕਰਨੇ 'ਚ ਫਰਕ ਸੀਗਾ, ਉਹ ਲੋਕ ਉਮੀਦ ਕਰਦੇ ਸੀ ਕਿ ਇਸ ਵਾਰ ਚੀਜ਼ਾਂ ਨਹੀਂ ਹੋਣਗੀਆਂ, ਪਰ ਇਹ ਸਰਕਾਰ ਨੇ ਉਹਨਾਂ ਤੋਂ ਵੀ 2 ਕਦਮ ਉੱਪਰ ਜਾਂਦਿਆਂ ਹੋਇਆ। ਕਿਉਂਕਿ ਇੱਕ ਤਾਂ ਉਮੀਦਾਂ ਵੱਡੀਆਂ, ਇੱਕ ਤੁਸੀਂ ਉਹਨਾਂ ਤੋਂ ਉੱਪਰ ਚਲੇ ਗਏ ਹੋ, ਤਾਂ ਫਿਰ ਨੈਚੁਰਲੀ ਉਹਦੀ ਜਿਹੜੀ ਹੈਗੀ ਹੈ ਰਿਐਕਸ਼ਨ ਹੈ, ਉਹਦਾ ਮਤਲਬ ਕਮਬੈਕ ਹੈ, ਜਿਹੜੀ ਵੀ ਮਤਲਬ ਆਵਾਜ਼ ਲੋਕਾਂ ਦੀ ਹੈਗੀ ਹੈ ਉਨੀ ਤਿੱਖੀ ਹੋ ਕੇ ਉੱਠਣੀ ਹੈ ਨਾ। ਪੰਜਾਬੀ ਬੋਲਣ ਵੇਲੇ ਤਾਂ ਨਹੀਂ ਕਿੰਨਾ ਲਿਹਾਜ਼ ਕਰਦੇ, ਵੋਟ ਪਾਉਣ ਲੱਗਿਆ ਤਾਂ ਇਹਨਾਂ ਨੂੰ ਕੋਈ ਭਰਮਾ ਲਵੇ। ਹਾਲਾਂਕਿ ਐਤਕੀ ਉਹ ਵੀ ਨਹੀਂ ਹੋਇਆਗਾ। ਵੋਟ ਪਾਉਣ ਵੇਲੇ ਭਰਵਾਇਆ ਇਹਨਾਂ ਨੇ, ਪੈਸੇ ਵੰਡੇ ਰੱਜ ਕੇ, ਨਸ਼ੇ ਵੰਡੇ ਰੱਜ ਕੇ, ਪਰ ਵੋਟਰ ਨੇ ਆਪਣੀ ਮਰਜ਼ੀ ਨੇ ਪਾਈ ਹੈ। ਤੇ ਇਹਦਾ ਮਤਲਬ ਇਹੀ ਹੈ ਨਾ, ਵੋਟਰ ਜਾਗਿਆ ਹੋਇਆ। ਤਾਂ ਇਸ ਕਰਕੇ ਕਹਿਣੀ ਤੇ ਕਰਨੀ ਜਿਹੜੇ ਫਰਕ ਦੇ ਸਿਸਟਮ ਸੀ, ਇਹ ਹੁਣ ਤੀਜੀ ਵਾਰੀ ਜਦੋਂ ਇਹਨਾਂ ਨੇ ਕਰਕੇ ਵਿਖਾਇਆ ਤਾਂ ਹੁਣ ਜਿਹੜਾ ਵੀ ਸੈਟਅਪ ਗਾਂ ਆਊਗਾ, ਅਕਾਲੀ ਕਾਂਗਰਸ ਦਾ ਇੱਥੇ ਉੱਠਣ ਵਾਲੀ ਕਿਤੇ ਗੱਲ ਰਹੀ ਨਹੀਂ। ਇਹਨਾਂ ਨੇ ਆਪਣੀ ਗਰਾਊਂਡ ਗਵਾ ਲਈ ਹੈ। ਠੀਕ ਹੈ, ਬੀਜੇਪੀ ਵਾਲੇ ਵੀ ਆਪਦਾ ਦਾ ਲਾਉਣ ਨੂੰ ਫਿਰਦੇ। ਹੁਣ ਗਾਂ ਹਾਲਾਤ ਕੀ ਬਣਦੇ ਆ? ਚੌਥੀ ਵਾਰੀ ਜਿਹੜਾ ਮਤਲਬ ਜਿਹੜੀ ਵੀ ਕੋਈ ਫਰੰਟ ਖੜਾ ਹੁੰਦਾ ਉਹ ਕੀ ਲੈ ਕੇ ਆਉਂਦਾ ਲੋਕਾਂ ਦੇ ਸਾਹਮਣੇ, ਉਹ ਮਤਲਬ ਐਵੇਂ ਨਹੀਂ ਚੱਲਣੀਆਂ ਕਹਾਣੀਆਂ ਜਿਵੇਂ ਹੁਣ ਤੱਕ ਚੱਲਦੀਆਂ। ਇਹ ਤਾਂ ਕਲੀਅਰ ਹੈਗੀ ਹੈ। ਪਰ ਹੁਣ ਦੀ ਜਿਹੜੀ ਗਵਰਨਮੈਂਟ ਹੈ ਇਹਨੇ ਜਦ ਤੋਂ ਆਈ ਹੈ ਨੇ ਇੱਕ ਰਾਗ ਲਾਪਿਆ ਹੋਇਆ ਗੈਂਗਸਟਰ 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 ਹਰ ਪਾਸੇ ਗੈਂਗਸਟਰ। ਪਰ ਇਹ ਗੱਲ ਇਹ ਵੀ ਸਿੱਟ ਦਿੰਦੇ ਨੇ ਪਿਛਲੀਆਂ ਸਰਕਾਰਾਂ ਦੇ ਪੈਦਾ ਕੀਤੇ। ਵਾਕਈ ਲੱਗਦਾ ਇਹਨਾਂ ਕਿ ਗੈਂਗਸਟਰ ਹੈਗਾ ਪੰਜਾਬ ਦੇ ਵਿੱਚ ਜੋ ਇਹ ਹਾਲਾਤ ਸਾਰੇ ਵਿਗੜਦੇ ਜਾ ਰਹੇ? ਨਹੀਂ, ਇਹਨਾਂ ਰਾਗ ਇਹ ਨਹੀਂ ਲਾਪਿਆ ਹੋਇਆ। ਕਰਪਸ਼ਨ ਬਹੁਤ ਹੋ ਰਹੀ ਹੈ। ਠੀਕ ਹੈ, ਹਰ ਜਿਹੜਾ ਹੈਗਾ ਜਿੰਨੇ ਵੀ ਮਤਲਬ ਪੱਖ ਹੈਗੇ ਆ ਕਰਪਸ਼ਨ ਦੇ ਸਾਰੇ ਉਦੋਂ ਤਿੱਖੇ ਹੋ ਕੇ ਮਤਲਬ ਚੱਲ ਰਹੇ ਆ। ਡਰੱਗ ਦਾ ਧੰਦਾ ਜਿਹੜਾ ਉਦੋਂ ਵਧਿਆ ਹੋਇਆ। ਇਹ ਗੈਂਗਸਟਰ ਦਾ ਉਹਦਾ ਇੱਕ ਪਾਰਟ ਹੈ। ਮਤਲਬ ਇੱਕ ਤਾਂ ਇੱਕ ਉਹਦੀ ਮਤਲਬ ਬਾਈ ਪ੍ਰੋਡਕਟ ਹੈ, ਰਿਫਲੈਕਸ਼ਨ ਹੈ। ਜੇ ਡਰੱਗ ਦਾ ਧੰਦਾ ਚੱਲੂਗਾ ਤਾਂ ਗੈਂਗਸਟਰ ਦਿਖਾਈ ਦੇਊਗਾ ਕਿਉਂਕਿ ਉਹਨਾਂ ਦੇ ਥਰੂ ਯੂਜ਼ ਕਰਕੇ ਉਹਨਾਂ ਨੂੰ ਇਹ ਚੀਜ਼ਾਂ ਮਤਲਬ ਕੀਤੀਆਂ ਜਾ ਰਹੀਆਂ। ਲੱਗਦਾ ਕਿ ਡਰੱਗ ਉਸੇ ਤਰੀਕੇ ਨਾਲ ਚੱਲਦੀ ਨਹੀਂ, ਉਸ ਤੋਂ ਬਾਅਦ ਚੱਲ ਰਹੀ ਹੈ। ਜੋ ਉਸ ਤਰੀਕੇ ਨਾਲ ਚੱਲਦੀ ਹੁੰਦੀ ਤਾਂ ਇੰਨਾ ਜੇ ਹਾਲਾਤ ਨਹੀਂ ਉਹ ਜੇ ਲੱਗਦਾ ਸੀ ਜਿਵੇਂ
ਹੁਣ ਤੁਸੀਂ ਦੇਖਦੇ ਹੋ ਲੜਕੀਆਂ ਔਰਤਾਂ ਵੀ ਮਤਲਬ ਦਿਖਾਈ ਦਿੰਦੀਆਂ ਤੁਹਾਨੂੰ ਨਸ਼ੇ ਦੇ ਵਿੱਚ। ਜਿਆਦਾ ਸਰਕਾਰਾਂ ਪਿਛਲੀਆਂ ਵਿਕਰਮ ਮਜੀਠੀਆ ਨੂੰ ਕਹਿੰਦੀਆਂ ਸੀ, ਉਹਨਾਂ ਨੂੰ ਜੇਲ੍ਹ ਸੱਟ ਲਿਆ ਜੀ। ਕੋਈ ਵਾਰ ਵਿਜੇ ਪ੍ਰਤਾਪ ਵੀ ਬੜੇ ਦਾਅਵੇ ਵਾਅਦੇ ਜਦ ਕਰਦੇ ਸੀ, ਤੇ ਹੁਣ ਤਾਂ ਉਹਨਾਂ ਦੀ ਸਰਕਾਰ ਹੈ ਤੇ ਵਿਕਰਮ ਮਜੀਠੀਆ ਵੀ ਹੁਣ ਜਿਹੜੇ ਨੇ ਉਹ ਜ਼ਮਾਨਤ ਤੇ ਬਾਹਰ। ਹੁਣ ਕਿਵੇਂ ਫਿਰ ਡਰੱਗ ਚੜੀ ਉਹ ਕਿੱਥੋਂ? ਇਹ ਦੋਨਾਂ ਗੱਲਾਂ ਨੂੰ ਮੇਰਾ ਧਿਆਨ ਨਾਲ ਜਵਾਬ ਲੈ ਲਿਆ ਜੀ। ਪਹਿਲਾਂ ਤੁਸੀਂ ਵਿਕਰਮ ਮਜੀਠੀ ਦੀ ਗੱਲ ਕੀਤੀ ਹੈ, ਡਰੱਗ ਦਾ ਧੰਦਾ ਉਹਦੇ ਤੋਂ ਸ਼ੁਰੂਆਤ ਹੋਈ ਸੀ, ਠੀਕ ਹੈ। ਨੈਕਸਸ ਜਿਹੜਾ ਉਹ ਗੈਂਗਸਟਰ ਦਾ ਸੀਗਾ, ਉਹਦੇ ਬਾਰੇ ਕੁਮਰ ਵਿਜੇ ਪ੍ਰਤਾਪ ਨੇ 2020 ਦੇ ਵਿੱਚ ਪੂਰੀ ਦੀ ਪੂਰੀ ਰਿਪੋਰਟ ਬਣਾਈ ਹੋਈ ਸੀ, ਜਿਹੜੀ ਸਬਮਿਟ ਕੀਤੀ ਹੋਈ, ਜਿਹੜੀ ਉਸ ਤੋਂ ਬਾਅਦ ਅੱਜ ਤੱਕ ਠੰਡੇ ਬਸਤੇ ਵਿੱਚ ਪਈ ਹੋਈ ਹੈ। ਤਾਂ ਜਿਹੜਾ ਤਾਂ ਮਤਲਬ ਮਜੀਠੀ ਨੂੰ ਬੇਲ ਹੋਣੀ ਹੈ, ਉਹ ਹਾਈ ਕੋਰਟ ਦਾ ਜਿਹੜਾ ਸਾਡੀ ਦਾ ਬਹੁਤ ਇੱਕ ਘਿਨਾਉਣਾ ਜਿਹੜਾ ਸੀਨਾ ਜੋਰੀ ਵਾਲਾ ਕਰਮ ਹੈ, ਜਿਹਦੇ ਵਿੱਚ ਉਹਨਾਂ ਨੇ ਉਸ ਆਦਮੀ ਨੂੰ ਬੇਲ ਦਿੱਤੀ ਹੈ ਜਿਹੜਾ ਇੱਕ ਪੂਰੀ ਦੀ ਪੂਰੀ ਪੀੜ੍ਹੀ ਸਾਡੀ ਜਿਹੜੀ ਮਤਲਬ ਨਸ਼ਿਆਂ ਨੇ ਖਾ ਲਈ ਹੈ, ਉਹਦਾ ਜ਼ਿੰਮੇਵਾਰ ਹੈਗਾ। ਤੇ ਉਹਦੀ ਐਵੀਡੈਂਸ ਪਈ ਹੈ, ਇਕੱਲੀ ਵਰਬਲੀ ਨਹੀਂ, ਸਾਡੇ ਅੱਗੇ ਕਹਿੰਦੇ ਸਾਰੀ ਐਵੀਡੈਂਸ ਪਈ ਹੈ, ਜਿਹਦੇ ਇੱਕ ਪਾਰਟ ਤੇ ਮੈਂ ਕੁਝ ਦਿਨ ਪਹਿਲਾਂ ਕੁਮਰ ਵਿਜੇ ਪ੍ਰਤਾਪ ਉਹਨਾਂ ਨੂੰ ਅਪੀਲ ਕੀਤੀ ਸੀਗੀ ਵੀ ਆਹ ਜਿਹੜੀਆਂ ਰਿਪੋਰਟਾਂ ਥੋੜੀਆਂ ਬਣੀਆਂ ਹੋਈਆਂ, ਹੁਣ ਤੁਹਾਡੇ ਤੇ ਕੋਈ ਇਹੋ ਜਿਹੀ ਦਿੱਕਤ ਨਹੀਂ ਹੈਗੀ, ਤੁਸੀਂ ਜੌਬ ਤੋਂ ਬਾਹਰ ਹੈਗੇ ਹੋ, ਪੈਨਸ਼ਨੇਬਲ ਤੁਹਾਡਾ ਹੈਗਾ, ਪ੍ਰੋਟੈਕਸ਼ਨ ਹੈਗੀ ਹੈ, ਨਵੀਂ ਸਰਕਾਰ ਦੇ ਵਿੱਚੋਂ ਤੁਹਾਨੂੰ ਤਨਖਾਹ ਮਿਲ ਰਹੀ ਹੈ, ਇਹਦੀ ਵੀ ਅੱਗੇ ਪੈਨਸ਼ਨ ਮਿਲਣੀ ਹੈ। ਤੇ ਜੇ ਮੇਰੇ ਨਾਲ ਕੰਪੇਅਰ ਕਰੀਏ ਤਾਂ ਮੈਂ ਤਾਂ ਜ਼ੀਰੋ ਤੇ ਬੈਠਾ। ਤੇ ਜੇ ਫਿਰ ਵੀ ਅਸੀਂ ਮਤਲਬ ਉਹਨਾਂ ਚੀਜ਼ਾਂ ਨੂੰ ਸਾਹਮਣੇ ਨਹੀਂ ਲੈ ਕੇ ਆਵਾਂਗੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਰੱਖਦੇ ਹਾਂ। ਇੱਕ ਤਾਂ ਉਹਨਾਂ ਦੀ ਰਿਪੋਰਟ ਮੈਂ ਐਕਸਪੋਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਦੀ ਆਪਣੀ ਹੈ, ਤੇ ਹੁਣ ਨਾਲੇ ਐਮਐਲਏ ਹੈਗੇ ਆ, ਤੇ ਉਹਨਾਂ ਦਾ ਪਬਲਿਕ ਸਰਵੈਂਟ ਦੇ ਤੌਰ ਤੇ ਜਿਹੜਾ ਹੈਗਾ ਪੋਲੀਟੀਕਲ ਦੇ ਸਿਸਟਮ 'ਚ ਲੋਕਾਂ ਨੂੰ ਉਮੀਦਾਂ ਬਹੁਤ ਸੀ ਉਹਨਾਂ ਤੋਂ, ਤਾਂ ਉਹ ਮੈਂ ਅਪੀਲ ਕੀਤੀ ਸੀ ਉਹਦੇ ਤੇ। ਹੁਣ ਡਰ ਕੀ ਉਹ ਤਾਂ ਸਭ ਤੋਂ ਤੁਸੀਂ ਦੱਸ ਰਹੇ ਹੋ ਕਿ ਸਭ ਕੁਝ ਜਿਹੜਾ ਉਹ ਓਕੇ, ਉਹਨਾਂ ਨੂੰ ਤਾਂ ਪ੍ਰੋਬਲਮ ਨਹੀਂ, ਤੁਸੀਂ ਤਾਂ ਚਲੋ ਮੰਨ ਲੈਣਾ ਤੁਹਾਡੀ ਵਾਰ ਨੂੰ ਤਾਂ ਕਹਦੇ ਵੀ ਘਰ ਫੂਕ ਤਮਾਸ਼ਾ ਦੇਖ ਲਿਆ, ਉਹ ਤਾਂ ਫਿਰ ਵੀ ਆਜ਼ਾਦ ਨੇ। ਮੇਰਾ ਵੀ ਇਹ ਕੁਐਸਚਨ ਸੀ ਵੀ ਡਰ ਕੀ ਹੈਗਾ ਸੀਗਾ, ਤਾਂ ਕੀ ਡਰ ਹੋਊਗਾ ਤਾਂ ਉਹ ਜਾਣਦੇ ਨਾ, ਕਿਸੇ ਦੇ ਡਰ ਬਾਰੇ ਦੱਸਿਆ ਨਹੀਂ ਜਾ ਸਕਦਾ, ਨਾ ਤੁਸੀਂ ਮੈਨੂੰ ਬਾਰੇ ਕਹਿ ਸਕਦੇ ਅੰਦਰ ਮੇਰੇ ਕੀ ਹੈ, ਨਾ ਮੈਂ ਤੁਹਾਡੇ ਬਾਰੇ ਦੱਸ ਸਕਦਾ। ਪਰ ਮੇਰੀ ਇਸ ਅਪੀਲ ਤੇ ਅਸਰ ਤੋਂ ਬਾਅਦ ਮੈਂ ਅੱਜ ਹੀ ਇੱਕ ਇੰਟਰਵਿਊ ਵੇਖਣ ਨੂੰ ਮਿਲੀ ਹੈ, ਜਿਹੜੀ ਉਸ ਵਿਸ਼ੇ ਤੇ ਹੈ। ਗੁਰਜਿੰਦਰ ਤਗੜ ਨੇ ਬੜੇ ਸੀਨੀਅਰ ਹੈਗੇ ਨੇ, ਉਹ ਪੱਤਰਕਾਰ, ਉਹਨਾਂ ਨਾਲ ਚੱਲ ਰਹੀ ਹੈ। ਤਾਂ ਮੈਂ ਉਹਨੂੰ ਸਮਝਦਾ ਕਿ ਮੈਂ ਮਤਲਬ ਜੇ ਮੈਂ ਕਿਹਾ ਸੀ ਤੇ ਜੇ ਜੋ ਗੱਲ ਆਈ ਸਾਹਮਣੇ ਤਾਂ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ, ਤੇ ਯਾਦ ਕਰਾਇਆ ਹੀ ਜੇ ਉਹਨਾਂ ਨੇ ਇਹ ਕੰਮ ਕੀਤਾ ਤਾਂ ਮੈਂ ਬਹੁਤ ਧੰਨਵਾਦੀ ਹਾਂ। ਪਰ ਹੋਰ ਬਹੁਤ ਕੁਝ ਐਸਾ ਹੈ ਜਿਹੜਾ ਮੈਨੂੰ ਸ਼ਾਇਦ ਨਾ ਪਤਾ ਹੋਵੇ ਪਰ ਉਹਨਾਂ ਦੇ ਧਿਆਨ 'ਚ ਹੋਵੇ। ਠੀਕ ਹੈ, ਇੱਕ ਰਿਪੋਰਟ ਤਾਂ ਤੁਸੀਂ ਦੱਸੀ, ਦੂਜੀ ਰਿਪੋਰਟ ਬੇਅਦਬੀ ਵਾਲੀ ਵੀ ਹੈਗੀ ਆ, ਉਸ ਦੇ ਉੱਤੇ ਵੀ ਉਹਨਾਂ ਨੇ ਸਿੱਟ ਬਣਾ ਕੇ ਬੜੀ ਕੀਤੀ ਹੈ, ਉਹ ਵੀ ਕਿਤੇ ਨਾ ਕਿਤੇ ਰੋਲ ਕੀ ਰਿਹਾ। ਦੇਖੋ ਉਹਨਾਂ ਨੇ ਬਤੌਰ ਆਈਜੀ ਤੱਕ ਬਹੁਤ ਮਤਲਬ ਐਕਟਿਵਲੀ ਕੰਮ ਕੀਤਾ ਹੋਇਆ ਸਟੇਟ ਦੇ ਵਿੱਚ, ਤਾਂ ਉਹਨਾਂ ਨੂੰ ਉਹ ਬਹੁਤ ਕੁਝ ਪਤਾ ਜਿਹਨੂੰ ਜਿਹੜਾ ਮੈਨੂੰ ਨਹੀਂ ਪਤਾ, ਜਿਹੜੀ ਚੀਜ਼ਾਂ ਮੈਨੂੰ ਨਹੀਂ ਪਤਾ ਹੈਗੀਆਂ ਉਹਨਾਂ ਨੂੰ ਪਤਾ ਹੈਗੀਆਂ। ਇੱਕ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਵਰਗੇ ਲੋਕਾਂ ਨੂੰ ਵੀ ਨਹੀਂ ਪਤਾ, ਉਹ ਵੀ ਸਾਹਮਣੇ ਲੈ ਕੇ ਆਉਣੀਆਂ ਚਾਹੀਦੀਆਂ, ਕਿਉਂਕਿ ਹੁਣ ਤਾਂ ਉਹਨਾਂ ਦਾ ਮਤਲਬ ਇਹ ਫਰਜ਼ ਹੀ ਬਣਦਾ। ਅਦਰਵਾਈਜ਼ ਆ ਸਾਹਮਣੇ ਇਹ ਲੈ ਕੇ ਆਉਂਦੀ ਗੱਲ, ਇਹਨੂੰ ਲੈ ਕੇ ਆਉਣ ਅਗਲੇ ਪਾਸੇ, ਠੀਕ ਹੈ। ਮਜੀਠੀ ਦਾ ਨੈਕਸਸ ਜਿਹੜਾ ਸਾਰਾ ਸਾਹਮਣੇ ਕਰਨ, ਹਾਈ ਕੋਰਟਾਂ ਦੇ ਬਾਰੇ ਜਦੋਂ ਗੱਲ ਕਰਦੇ ਆ ਉਦੋਂ ਮੂੰਹ ਥੋੜਾ ਬੰਦ ਕਰ ਲੈਂਦੇ ਆਪਣਾ। ਹੁਣ ਕੀ ਦਿੱਕਤ ਹੈਗੀ ਹੈ, ਸੱਚ ਬੋਲਣਾ। ਇਹ ਜਿਹੜੇ ਮਾਈ ਲਾਰਡ ਹਾਈ ਕੋਰਟ ਦੇ ਬਿਠਾਏ ਹੋਏ ਆ, ਪਬਲਿਕ ਸਰਵੈਂਟ ਹੀ ਨੇ, ਰੱਬ ਤਾਂ ਨਹੀਂ ਹੈਗੇ, ਉੱਤੋਂ ਉੱਤਰੇ ਅਵਤਾਰ ਤਾਂ ਨਹੀਂ ਹੈਗੇ। ਕਰਪਸ਼ਨ ਦੇ ਅੱਡੇ ਬਣਾ ਛੱਡੇ ਇਹਨਾਂ ਨੇ ਹਾਈ ਕੋਰਟਾਂ ਨੂੰ, ਤੇ ਫਿਰ ਜੇ ਇਹਨਾਂ ਦੇ ਖਿਲਾਫ ਬੋਲਣ ਲੱਗਿਆ ਸੱਚ, ਤੇ ਜੇ ਆਪਣੇ ਮੂੰਹ ਨੂੰ ਜਿੰਦਰਾ ਜੇ ਵੱਜਦਾ, ਤੇ ਫਿਰ ਅਸੀਂ ਐਵੇਂ ਵਾਧੂ ਗੱਲਾਂ ਕਰਨੀਆਂ ਹੋਰ ਗੱਲ ਹੁੰਦੀ ਹੈ, ਸੱਚ ਬੋਲਣਾ ਵੱਖਰੀ ਗੱਲ ਹੁੰਦੀ ਹੈ। ਜੋ ਚੀਫ ਜਸਟਿਸ ਨੇ ਇੱਕ ਵਾਰ ਕਾਫੀ ਟਾਈਮ ਪਹਿਲਾਂ ਜੇ ਜਿਹੜੀ ਗੱਲ ਕਹਿਤੀ ਸੀ ਕੋਰਟਾਂ ਬਾਰੇ ਦੱਸਦਾ ਸੀ, ਤੁਹਾਨੂੰ ਲੱਗਦਾ ਸੱਚਾਈ ਹੈਗੀ ਹੈ ਕਿ ਦੋਹਰਾ ਕਾਨੂੰਨ ਕੰਮ ਕਰਦਾ ਹੈ, ਜਾਂ ਇਹ ਕਹਿ ਦਈਏ ਕਿ ਤਕੜੇ ਲਈ ਹੋਰ ਤੇ ਮਾੜੇ ਲਈ ਹੋਰ? ਇਹ ਤਾਂ ਟੋਟਲੀ ਅਨਕਨਸਟੀਟਿਊਸ਼ਨਲ ਕੰਮ ਕਰਦੇ ਆ। ਸਾਡੀ ਹਾਈ ਕੋਰਟ ਤਾਂ ਬਿਲਕੁਲ ਹੀ ਮਤਲਬ ਸਿੱਧੀ ਹੋਈ ਵੀ ਹੈ ਪੁੱਠੇ ਕੰਮਾਂ ਵਾਸਤੇ, ਗਲਤ ਕੰਮਾਂ ਵਾਸਤੇ। ਕੁਝ ਦਿਨ ਪਹਿਲਾਂ ਇੱਕ ਇੰਪਲਾਈ ਹੈਗਾ ਮਾਨਸਾ ਜ਼ਿਲ੍ਹੇ ਤੋਂ, ਮੈਂ ਉਹਦੀ ਮਤਲਬ ਅਸੀਂ ਆਪਣੇ ਪੇਜ ਜਿਹੜਾ ਮੇਰਾ ਬਲਵਿੰਦਰ ਸੇਖੋਂ ਸਪੀਕ ਸਿੱਖ YouTube ਚੈਨਲ ਤੇ ਮੈਂ ਪਿਛਲੇ ਮਹੀਨੇ ਤੋਂ ਕੋਸ਼ਿਸ਼ ਕਰ ਰਿਹਾ ਕੁਝ ਸੱਚ ਲੈ ਕੇ ਆਉਣ ਦੀ। ਉਸ ਆਦਮੀ ਨੇ ਜੋ ਲਾਹਨਤਾਂ ਪਾਈਆਂ ਆਪਣੀ ਸੈਸ਼ਨ ਜੱਜ ਤੋਂ ਸਟਾਰਟ ਹੋ ਕੇ ਚੀਫ ਜਸਟਿਸ ਆਫ ਜਿਹੜਾ ਪ੍ਰੈਜ਼ੀਡੈਂਟ ਹੈ ਚਾਹ, ਉਹਨੇ ਲਾਹਨਤਾਂ ਪਾਈਆਂ, ਉਹ ਲੱਖ ਲਾਹਨਤਾਂ ਤੇਰੇ ਤੇ ਚਾਹ ਲਫ਼ਜ਼ ਯੂਜ਼ ਕੀਤੇ ਹੋਏ ਉਹਦੇ ਵਿੱਚ। ਤੇ ਇਸ ਤੋਂ ਬਾਅਦ ਫਿਰ ਜੁਡੀਸ਼ਰੀ ਨੂੰ ਹੋਰ ਕੀ ਚਾਹੀਦਾ? ਹੋਰ ਇਸ ਤੋਂ ਬਾਅਦ ਕਦੋਂ ਜਾਗਣ ਦਾ ਟਾਈਮ ਹੈਗਾ? ਜਦੋਂ ਇੱਕ ਕਲਰਕ ਉਹਨਾਂ ਦਾ ਇਹ ਬੋਲੇਗਾ, ਬਲਵਿੰਦਰ ਸੇਖੋਂ ਦਾ ਫਿਰ ਗੈਜਟਡ ਅਫਸਰ ਹੈ, ਸਾਡੀ ਗੱਲ ਚਲੋ ਡਿਫਰੈਂਟਲੀ ਲੈਂਦੇ ਆ, ਇੱਕ ਕਲਰਕ ਜੇ ਬੋਲਦਾ ਤਾਂ ਫਿਰ ਤੁਸੀਂ ਕਿੰਨੀ ਦੁਨੀਆ ਨੂੰ ਮਤਲਬ ਇੰਨਾ ਤੰਗ ਕੀਤਾ ਹੋਇਆ। ਤੇ ਹੋਰ ਵੀ ਮਤਲਬ ਇੱਕ ਦੋ ਚੀਜ਼ਾਂ ਮੇਰੇ ਸਾਹਮਣੇ ਆਈਆਂ ਜਿਹੜੀਆਂ ਮੈਂ ਦੋ ਚਾਰ ਦਿਨਾਂ ਸਾਹਮਣੇ ਲੈ ਕੇ ਆਊਂਗਾ, ਜਿਹਦੇ 4-5 ਸੈਸ਼ਨ ਜੱਜ ਜਿਹੜੇ ਪ੍ਰੈਜ਼ੀਡੈਂਟਲੀ ਕੰਮ ਕਰ ਰਹੇ ਆ, ਉਹ ਜਿਹੜੇ ਹੈਗੇ ਉਹਨਾਂ ਦੀ ਕਰਤੂਤਾਂ ਸਾਹਮਣੇ ਆਉਣਗੀਆਂ ਕਿ ਕਿਵੇਂ ਉਹਨਾਂ ਨੇ ਆਪਣੇ ਮਤਹਿਤ ਲੱਗੇ ਹੋਏ ਮੁਲਾਜ਼ਮਾਂ ਦਾ ਜੀਣਾ ਆਰਾਮ ਕੀਤਾ ਹੋਇਆ, ਕਿਵੇਂ ਉਹਨਾਂ ਨੂੰ ਮਤਲਬ ਗਲਤ ਪਰਚਿਆਂ 'ਚ ਫਸਵਾ ਰਹੇ ਆ, ਕਿਸੇ ਨੂੰ ਨੌਕਰੀਆਂ ਕੀ ਕੁਛ ਕਰ ਰਹੇ ਆ। ਬਹੁਤ ਹੈਰਾਨੀ ਦੀ ਗੱਲ ਹੈ। ਪਰ ਕਿਉਂਕਿ ਜੁਡੀਸ਼ਰੀ ਜਿਹੜੀ ਹੋਊਗੀ ਇੱਕ ਇਸ ਵਾਰ ਫਸਟਲੀ ਟਾਰਗੇਟ ਤੇ ਚੱਲ ਰਹੀ ਹੈ, ਮੇਰੇ ਮਤਲਬ ਆਉਣ ਵਾਲੇ ਦਿਨਾਂ 'ਚ ਤੁਸੀਂ ਬਹੁਤ ਕੁਝ ਅਗਲੇ ਮਹੀਨੇ ਵਿੱਚ ਵੇਖਣ ਨੂੰ ਮਿਲੂਗਾ ਕਿ ਜਿਹੜਾ ਕੋਈ ਥੱਲੇ ਦੀਆਂ ਕੋਰਟਾਂ ਤੇ ਉੱਪਰ ਤਾਂ ਮੈਂ ਪਹਿਲਾਂ ਵੀ ਬੋਲਦਾ ਰਿਹਾ, ਥੱਲੇ ਬਾਰੇ ਅਸੀਂ ਸੋਚਦੇ ਸੀ ਵੀ ਥੱਲੇ ਦੀ ਕੋਰਟਾਂ ਦੇ ਵਿੱਚ ਹਾਲਾਤ ਕੁਝ ਬੈਟਰ ਹੈ ਤੇ ਕੁਝ ਇਨਸਾਫ ਮਿਲਦਾ, ਪਰ ਹਾਲਾਤ ਥੱਲੇ ਵੀ ਬਹੁਤ ਜ਼ਿਆਦਾ ਮਾੜੇ। ਠੀਕ ਹੈ, ਕੱਲ ਤੁਸੀਂ ਕਹੀ ਹੈ ਕਿ ਜੋ ਉੱਪਰ ਹੁਕੂਮਤ ਤੇ ਬੈਠਾ ਉਹ ਥੱਲੇ ਨੇ ਦੱਬ ਲੈਂਦਾ। ਤੁਸੀਂ ਸਰਵਿਸ ਕਰਕੇ ਆਇਆ, ਤੁਹਾਡੇ ਉੱਪਰ ਜਦ ਉਸ ਸਮੇਂ ਪੋਲੀਟੀਕਲ ਕੁਝ ਲੀਡਰ ਸੀ, ਉਹਨਾਂ ਦੇ ਆਰਡਰ ਤੇ ਤੁਸੀਂ ਵੀ ਵਰਕ ਕੀਤਾ ਆ, ਪਰ ਉਹ ਪੋਲੀਟੀਕਲ ਲੀਡਰ ਜਿਹੜਾ ਤੁਹਾਡੇ ਮਗਰ ਹੈ, ਖਾਸ ਸਿੱਧੀ ਗੱਲ ਮੈਂ ਕਰਾਂ ਨਵਜੋਤ ਸਿੰਘ ਸਿੱਧੂ ਦੀ, ਲੱਗਦਾ ਕਿ ਉਹ ਜੇ ਲੀਡਰ ਨੇ ਜਿਹੜੇ ਪਹਿਲਾਂ ਕੰਮ ਕਰਾ ਲੈਂਦੇ ਫਿਰ ਹੱਥ ਪਿੱਛੇ ਖਿੱਚ ਲੈਂਦੇ ਨੇ, ਤੇ ਬੰਦਾ ਜੋ ਹੈ ਜਿਹੜਾ ਸਰਕਾਰੀ ਅਫਸਰ ਹੁੰਦਾ ਆ ਫਿਰ ਉਹ ਫਸ ਜਾਂਦਾ, ਜਿਸ ਤਰੀਕੇ ਨਾਲ ਹੁਣ ਤੁਸੀਂ ਭੁਗਤਦੇ ਪਏ। ਹਾਂ ਠੀਕ ਹੈ, ਕਾਮਨ ਗੱਲ ਹੈ, ਇਹਦੇ 'ਚ ਕੋਈ ਉਹ ਨਹੀਂ ਹੈ, ਸਾਰਾ ਕੁਝ ਐਵੇਂ ਕਰਦੇ, ਪਰ ਨਵਜੋਤ ਸਿੰਘ ਸਿੱਧੂ ਵਰਗਿਆਂ ਤੋਂ ਲੋਕ ਉਮੀਦ ਨਹੀਂ ਕਰਦੇ। ਅਸੀਂ ਵੀ ਜੇ ਨੌਕਰੀ ਦੇ ਪਿਛਲੇ ਪੀਰੀਅਡ ਵਿੱਚ ਆ ਕੇ ਮਤਲਬ ਮੈਂ ਇਸ ਤੁਸੀਂ ਤੁਹਾਡੇ ਕਹਿਣ ਮੁਤਾਬਕ ਫਸ ਜਾਣਾ ਜੋ ਵੀ ਹੈ, ਇਹ ਮਤਲਬ ਇਸ ਕਰਕੇ ਹੀ ਸੀ ਕਿ ਸਾਨੂੰ ਪੋਲੀਟੀਸ਼ਨ ਦੇ ਵਿੱਚ ਕੁਝ ਚੀਜ਼ਾਂ ਵੱਖਰੀਆਂ ਦਿਖਾਈ ਦਿੱਤੀਆਂ ਸੀਗੀਆਂ, ਤਾਂ ਕਰਕੇ ਜਿਵੇਂ ਅੱਜ ਹੁਣ ਆਪ ਵਾਲਿਆ ਪਾਰਟੀ ਵਾਸਤੇ ਲੋਕਾਂ ਨੂੰ ਭੁਲੇਖੇ ਸੀਗੇ, ਪਰ ਹੈਗੇ ਬੇਸਿਕਲੀ ਉਹੀ ਨੇ। ਨਵਜੋਤ ਸਿੰਘ ਸਿੱਧੂ ਨਾਲ ਸਭ ਤੋਂ ਘਟੀਆ ਸਾਬਤ ਹੋਇਆ, ਇਸ ਕਰਕੇ ਜਿਹੜੇ ਹੈਗੇ ਆ ਇਹ ਲੋਕ ਜਿਹੜੇ ਹੈਗੇ ਆਪਣੇ ਘਟੀਆਪਣ ਨਾਲ, ਆਪਣੀ ਬੇਜ਼ੁਬਾਨੀ ਨਾਲ, ਆਪਣੇ ਮਤਲਬ ਗਿਰੇ ਹੋਏ ਕਿਰਦਾਰ ਨਾਲ ਹੀ ਅੱਗੇ ਆਉਂਦੇ, ਤੇ ਅਸੀਂ ਪੰਜਾਬੀ ਬੜੇ ਭੋਲੇ ਲੋਕ ਇਹਨਾਂ ਦੀਆਂ
ਗੱਲਾਂ ਗੁੱਲਾਂ 'ਚ ਫੇਰਾ ਜਾਂਦੇ ਆ। ਤੇ ਹੁਣ ਵੀ ਇੱਕ ਉਹਦਾ ਬਕਾਊ ਜਿਹਾ ਉਹਨੇ ਰੱਖਿਆ ਹੋਇਆ ਇੱਕ ਪੱਤਰਕਾਰ ਜਿਹੜਾ ਉਹਦੇ ਬੈਕ ਤੇ ਉਹਨੂੰ ਜਿਉਂਦਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹ ਕਹਿ ਰਿਹਾ ਸੀ ਵੀ ਆ ਕੇ ਇਹ ਮਿਸ਼ਨ ਜਿਹੜਾ ਹੈਗਾ ਪੂਰਾ ਕੀਤਾ ਜਾਊਗਾ, ਤੇ ਉਹਦੇ ਅਗੇਂਸਟ ਰਵਨੀਤ ਬਿੱਟੂ ਚੀਕਾ ਮਾਰੀ ਜਾਂਦਾ, ਉਹ ਦੂਜੇ ਰਾਜੇ ਵੜੰਗੋਰੀ ਜਿਹੜੇ ਹੈਗੇ ਉਹ ਰੌਲਾ ਪਾਈ ਜਾਂਦੇ ਆ। ਪਹਿਲਾਂ ਹੀ ਉਹ ਕੋਈ ਬੇੜਾ ਕਰਕੇ ਤਾਂ ਉਹਨੇ ਕਾਂਗਰਸ ਦਾ ਕਰ ਦਿੱਤਾ, ਹੁਣ ਰਹਿੰਦਾ ਕੀ ਹੈ ਕਿਹੜਾ ਬਾਕੀ ਆ ਕੇ ਠੀਕ ਕਰੂਗਾ। ਫਿਰ ਰਹਿੰਦਾ ਖੁਦਾ ਰਾਜੇ ਵੜਿੰਗ ਵਾਲਾ ਜਿਹੜਾ ਇੱਕ ਮਸਲਾ ਕਮਲਜੀਤ ਬਰਾੜ ਵਾਲਾ ਚੱਲਿਆ, ਉਹ ਜਿਹੜਾ ਉਹਨੇ ਅੰਮ੍ਰਿਤਪਾਲ ਬਾਰੇ ਕੁਛ ਬੈਟਰ ਕਿਹਾ ਸੀ ਤੇ ਉਹਨੇ ਉਹਨੂੰ ਕੱਢ ਦਿੱਤਾ। ਉਹਦੇ ਤੇ ਇੰਨੀ ਮਿੱਟੀ ਪੱਟੀ ਜਾ ਰਹੀ ਹੈ, ਇੰਨਾ ਉਹ ਕਮਲਜੀਤ ਬਰਾੜ ਇਹਨਾਂ ਦੇ ਪੜਦੇ ਪੱਟ ਰਿਹਾ ਵੀ ਕਿਵੇਂ ਉਹ ਮੂਸੇ ਵਾਲੇ ਕੇਸ ਦੇ ਵਿੱਚ ਪੈਸੇ ਲਏ ਉਸ ਪਰਿਵਾਰ ਤੋਂ, ਇਹਨਾਂ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਵਰਤਿਆ, ਕਿਵੇਂ ਉਹਨਾਂ ਦੇ ਪਰਚੇ ਦਰਜ ਕਰਵਾ ਕੇ ਤੇ ਕਿਸ ਤਰੀਕੇ ਨਾਲ ਐਕਸਟੋਰਟ ਕਰਦੇ ਰਹੇ ਰਲ ਕੇ। ਉਹ ਚੀਜ਼ਾਂ ਸਾਹਮਣੇ ਜਿਹੜੀਆਂ ਆਉਂਦੀਆਂ ਉਹਦੇ ਤੁਸੀਂ ਗੱਲ ਕੀਤੀ ਹੈ ਅੰਮ੍ਰਿਤਪਾਲ ਨੂੰ ਕਿਵੇਂ ਦੇਖਦੇ ਹੋ? ਤੁਸੀਂ ਖੁਦ ਪੁਲਿਸ 'ਚ ਵੀ ਰਹੇ ਹੋ, ਹੁਣ ਲੋਕਾਂ ਲਈ ਲੋਕ ਭਲਾਈ ਵੀ ਕਰਦੇ ਹੋ, ਅੰਮ੍ਰਿਤਪਾਲ ਨੂੰ ਕਿਵੇਂ ਦੇਖਦੇ ਹੋ? ਕੀ ਲੱਗਦਾ ਆ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਨੇ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਦੂਜੇ ਪਾਸੇ ਕਹਿੰਦੀਆਂ ਨੇ ਕਿ ਜਿਹੜਾ ਉਹਨੂੰ ਹਜੇ ਤੱਕ ਕੋਈ ਗ੍ਰਿਫਤਾਰ ਨਹੀਂ ਕਰਨਾ, ਜਦੋਂ ਐਕਸ਼ਨ ਨਹੀਂ ਲੈਣਾ? ਅੰਮ੍ਰਿਤਪਾਲ ਨੂੰ ਬਹੁਤ ਲੋਕ ਦੇਖ ਰਹੇ ਹੈ, ਕਿਉਂਕਿ ਮੈਂ ਹੁਣ ਜੇ ਸਾਰੇ ਠੇਕਾ ਮੈਨੂੰ ਦੇ ਦਿੱਤਾ ਤੇ ਫਿਰ ਬੜਾ ਔਖਾ ਹੋ ਜਾਣਾ। ਬਹੁਤ ਦੁਨੀਆ ਦੇਖ ਰਹੀ ਹੈ, ਬੜੇ ਕੁਐਸਚਨ ਹੈ ਦੁਨੀਆ ਦੇ, ਜਦੋਂ ਉਹਨਾਂ ਦੇ ਜਵਾਬ ਆਉਣਗੇ ਉਹਦੇ ਤੇ ਬਾਅਦ ਜੇ ਕੋਈ ਕੁਐਸਚਨ ਹੋਊਗਾ ਤਾਂ ਮੈਂ ਜ਼ਰੂਰ ਦੱਸੂਗਾ। ਅੱਜ ਦੀ ਡੇਟ ਵਿੱਚ ਕੁਝ ਵੀ ਕਹਿਣ ਵਾਸਤੇ ਕੋਈ ਖਾਸ ਗੱਲ ਨਹੀਂ। ਚਲੋ ਇੱਕ ਲਾਸਟ ਸਵਾਲ ਹੈ ਸਰਕਾਰ ਵਾਸਤੇ। ਅੱਜ ਦੀ ਸਰਕਾਰ ਜਿਹੜੀ ਉਹ ਗੁਜਰਾਤ 'ਚ ਬਿਜ਼ੀ ਆ, ਪੰਜਾਬ ਲਵਾਰਸ ਹੈਗਾ ਆ, ਕੀ ਲੱਗਦਾ ਵਾਕਈ ਜਿੰਨੇ ਕੁ ਵਾਅਦੇ ਦਾਅਵੇ ਹੋਏ ਸੀ ਉਹ ਪੂਰੇ ਹੋਣਗੇ, ਜਾਂ ਫਿਰ ਇਹ ਉਸੇ ਤਰੀਕੇ ਨਾਲ ਰੰਗ 'ਚ ਰੰਗੀ ਜਾਊਗੀ ਜਿਵੇਂ ਬਾਕੀ? ਕਿਵੇਂ ਹੋਣਗੇ, ਕਿਹੜੀ ਗੱਲ ਤੋਂ ਲੱਗਦਾ ਹੈ ਤੁਹਾਨੂੰ? ਜੇ ਲੱਗਦਾ ਤੁਸੀਂ ਮੈਨੂੰ ਦੱਸ ਦਿਓ, ਮੈਂ ਉਸ ਗੱਲ ਦਾ ਜਵਾਬ ਦੇ ਦਿਆਂ। ਜਦੋਂ ਆਪਣੀ ਜਿਹੜੀ ਸਾਰੀ ਹੁਣ ਦੀ ਗੱਲਬਾਤ ਹੈ ਇਹਦੇ ਵਿੱਚ ਸਾਰਾ ਤਾਂ ਗੱਲ ਜਿਹੜੀ ਆਪਾਂ ਉਹ ਦੱਸੀ ਜਿਹੜੀ ਚੱਲ ਰਹੀ ਹੈ, ਸਿਰਫ ਉਸ ਗੱਲ ਨੂੰ ਛੱਡ ਕੇ ਕਿ ਇਹਨਾਂ ਨੇ ਕੁਝ ਮੰਤਰੀਆਂ ਨੂੰ ਅਰੈਸਟ ਕੀਤਾ ਹੋਇਆ, ਚੰਗੀ ਗੱਲ ਹੈਗੀ ਹੈ, ਕਿਉਂਕਿ ਉੱਥੇ ਇੱਕ ਵਿਜੀਲੈਂਸ ਦਾ ਚੀਫ ਬੈਟਰ ਮਿਲ ਗਿਆ ਤੁਹਾਨੂੰ। ਹੁਣ ਜੇ ਜੇਲ੍ਹਾਂ ਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਮਿਲਿਆ ਸੀਗਾ ਤੇ ਉਹਨੂੰ ਕਿਉਂ ਗਵਾਇਆ? ਕਿਉਂਕਿ ਡਰੱਗ ਦਾ ਧੰਦਾ ਬੰਦ ਨਹੀਂ ਕੀਤਾ ਜਾ ਸਕਦਾ, ਬਹੁਤ ਵੱਡੀ ਪ੍ਰੋਫਿਟ ਆ ਉਹਦੇ ਵਿੱਚੋਂ, ਉਸ ਕਰਕੇ ਉਹਨੂੰ ਮਤਲਬ ਡੈਪੂਟੇਸ਼ਨ ਤੇ ਬਾਹਰ ਜਾਣਾ ਪਿਆ, ਨਹੀਂ ਉਹਦੀ ਚੱਲੀ। ਜਿਹੜੇ ਹੈਗੇ ਆ ਵਰਿੰਦਰ ਕੁਮਾਰ, ਇਹ ਦੋਨਾਂ ਪਿਛਲੀਆਂ ਸਰਕਾਰਾਂ ਦੇ ਬਲੂ ਆਈਡ ਬੁਆਏ ਨਹੀਂ ਸੀਗੇ, ਠੀਕ ਹੈ, ਤਾਂ ਇਸ ਕਰਕੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਹੋ ਸਕਦਾ ਜੇ ਉਹਨਾਂ ਦੀ ਐਬਲੀਗੇਸ਼ਨ ਹੁੰਦੀ ਰਵਿੰਦਰ ਕੁਮਾਰ ਵੀ ਇੰਨਾ ਖੁੱਲ੍ਹ ਕੇ ਕੰਮ ਨਾ ਕਰ ਸਕਦੇ, ਉਹਨਾਂ ਦੋ ਸਰਕਾਰਾਂ ਦੀ ਨੇੜਤਾ ਨਾ ਹੋਣ ਕਰਕੇ, ਤੇ ਇਹ ਸਰਕਾਰ ਦੇ ਵਿੱਚ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਉਹਨਾਂ ਵੱਲੋਂ, ਮੈਨੂੰ ਬੜੇ ਸ਼ੱਕ ਹੈ ਕਿ ਕਿੰਨੀ ਦੇਰ ਲੰਮਾ ਉਹਨੂੰ ਇਹ ਕੰਮ ਕਰਨ ਦੇਣਗੇ। ਜੇ ਉਹ ਕੰਟੀਨਿਊਸ ਪੋਸਟ ਤੇ ਆਪਣਾ ਕੰਮ ਕਰੂਗਾ 2-3 ਸਾਲ ਆਉਣ ਵਾਲੇ, ਫਿਰ ਇੱਥੇ ਬਹੁਤ ਕੁਝ ਹੈਗਾ। ਉਹ ਜਿਹੜੀਆਂ ਚੀਜ਼ਾਂ ਚੰਗੀਆਂ ਹੈਗੀਆਂ, ਕਿਉਂਕਿ ਸਿਰਫ ਸਟਾਰਟਿੰਗ ਜਿਹੜੀ ਕਰਕੇ ਉਦੋਂ ਬਾਅਦ ਅੱਗੇ ਚਲੇ ਜਾਣਾ ਉਹ ਨਹੀਂ ਹੁੰਦਾਗਾ। ਕੁਝ ਬੰਦੇ ਜੇਲ੍ਹਾਂ 'ਚ ਗਏ ਹੈ, ਬਹੁਤ ਬੰਦਿਆਂ ਦੀ ਲਿਸਟ ਜਿਹੜੀ ਹੈਗੀ ਹੈ ਜਾਰੀ ਹੋਣ ਵਾਲੀ ਹੈ। ਸਿੰਚਾਈ ਘਟੋਲਾ ਤੁਸੀਂ ਰੋਜ਼ ਸਾਹਮਣੇ ਹੋ ਰਹੇ ਦੇਖ ਰਹੇ ਆ, ਬੁਲਾਏ ਸੀ ਉਹ ਜਨਮੇਜਾ ਸਿੰਘ ਸੇਖੋਂ ਹੋਰੀ ਤੇ ਆਪਣੇ ਸਰਵੇਸ਼ ਕੌਸ਼ਲ ਸ਼ਰਨਜੀਤ ਢਿੱਲੋਂ ਆਏ ਨਹੀਂ ਹੈਗੇ, ਠੀਕ ਹੈ। ਤਾਂ ਹੋਰ ਬਹੁਤ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਹੋਣੀਆਂ, ਬਹੁਤ ਵੱਡੇ ਕੰਮ ਕਰਨ ਵਾਲੇ ਆ। ਇਹਨਾਂ ਨੂੰ ਨਵੇਂ ਬੰਦਿਆਂ ਨੂੰ ਜੇਲ੍ਹਾਂ 'ਚ ਭੇਜਣਾ, ਪੁਰਾਣੇ ਬੰਦਿਆਂ ਦੀ ਪੈਰਵਾਈ ਕਰਕੇ, ਜਿਵੇਂ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਦਿੱਤੀ ਹੈ ਆਸ਼ੂ ਵਾਲੇ ਕੇਸ ਦੇ ਵਿੱਚ। ਔਰ ਦੇਖੋ ਨਵੀਂ ਗੱਲ ਇਹ ਹੁਣ ਸਾਹਮਣੇ ਆਈ ਹੈ, ਪੋਲੀਟੀਸ਼ੀਅਨ ਨੇ ਆਪਣੇ ਆਪ ਨੂੰ ਕਿੰਨਾ ਸੇਫ ਕਰ ਲਿਆ। ਕਿਉਂ ਇਹਨਾਂ ਦੀ ਮਨਜ਼ੂਰੀ ਦੀ ਲੋੜ ਹੈ ਜੀ? ਜੇ ਇਹਨਾਂ ਨੇ ਕਰਪਸ਼ਨ ਕੀਤੀ ਹੈ, ਕੇਸ ਦਰਜ ਹੋ ਗਿਆ, ਤੇ ਫਿਰ ਉਹਦੇ ਬਾਅਦ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਕਰੀ ਕੌਣ ਨੇ? ਇਹ ਲੋਕ ਇਹ ਤਾਂ 5 ਸਾਲਾਂ ਵਾਸਤੇ ਟੈਂਪਰੇਰੀ ਆਉਂਦੇ, ਕੋਈ ਪਰਮਾਨੈਂਟ ਥੋੜਾ ਹੈਗਾ। ਤੇ ਇਹਨਾਂ ਨੇ ਆਪਣਾ ਇੱਕ ਸ਼ੈੱਲ ਬਣਾ ਲਿਆ ਕਿ ਜੇ ਕੱਲ ਨੂੰ ਸਾਨੂੰ ਕੋਈ ਦਿੱਕਤ ਹੋਊ ਤਾਂ ਪ੍ਰੋਸੀਕਿਊਸ਼ਨ। ਇਸ ਕਰਕੇ ਇਹ ਗੱਲ ਜਿਹੜੀਆਂ ਚੰਗੀਆਂ ਸਰਕਾਰ ਕਰ ਰਹੀ ਹੈ ਜਾਂ ਹੋ ਰਹੀਆਂ ਚੰਗੇ ਅਫਸਰਾਂ ਕਰਕੇ, ਉਹਨਾਂ ਦੀ ਅਸੀਂ ਹਮੇਸ਼ਾ ਸ਼ਲਾਘਾ ਕਰਦੇ ਹਾਂ। ਕਲਚਰ ਵਾਲਾ ਵੀ ਕੀਤਾ ਗਿਆ ਹੈ, ਇੱਕ ਪਾਸੇ ਤਾਂ ਠੀਕ ਹੈ ਸ਼ਲਾਘਾ ਹੋ ਰਹੀ ਹੈ ਵੀ ਵਧੀਆ ਕੰਮ ਕੀਤਾ, FIR ਦਰਜ ਹੋਣ ਲੱਗ ਜਾਂਦੇ, ਜਾਂ ਖੁਦੇ ਮੰਤਰੀਆਂ ਦੀਆਂ ਫੋਟੋਆਂ ਸਾਹਮਣੇ ਆ ਜਾਂਦੀਆਂ, ਇਹਨਾਂ ਦੀ ਅਨਮੋਲ ਗਗਨ ਮਾਨ ਦੀ ਆਉਂਦੀ ਹੈ, ਫਿਰ 3-4 ਦਿਨ ਦਾ ਸਮਾਂ ਵੀ ਦੇ ਦਿੱਤਾ ਜਾਂਦਾ ਆ। ਨਹੀਂ, ਉਹ ਬਿਲਕੁਲ ਇਹਨਾਂ ਦਾ ਰੋਂਗ ਸਟੈਪ ਹੈਗਾ। ਇਹ ਬਿਲਕੁਲ ਤਰੀਕਾ ਨਹੀਂ ਹੈਗਾ ਕਿ ਤੁਸੀਂ ਇਸ ਤਰ੍ਹਾਂ ਮਤਲਬ ਇਹ ਤਾਂ ਫਿਰ ਭਾਵੇਂ ਸਾਰੇ ਪੰਜਾਬ ਦੇ ਪਰਚੇ ਦੇ ਦਿਓ, ਇਹ ਤਾਂ ਜਿਹੜਾ ਮਰਜ਼ੀ ਵਿਆਹਾਂ 'ਚੋਂ ਕੱਢ ਲਿਓ ਫੋਟੋ ਗਨਸ ਦੀਆਂ, ਠੀਕ ਹੈ। ਲਾਇਸੈਂਸ ਦਿੱਤੇ ਗਏ ਆ ਨਾ, ਤਾਂ ਹੀ ਤੇ ਉਦੋਂ ਬਾਅਦ ਲੋਕਾਂ ਕੋਲ ਵੈਪਨ ਹੈਗੇ ਆ। ਜਿੱਥੇ ਤੁਸੀਂ ਵਾਰਦਾਤ ਹੋ ਰਹੀ ਹੈ, ਜਿੱਥੇ ਪ੍ਰੋਬਲਮ ਹੋ ਰਹੀ ਹੈ, ਜਿੱਥੇ ਗੈਂਗਸਟਰ ਨਾਲ ਕੰਸਰਨ ਕੋਈ ਚੀਜ਼ ਹੈਗੀ, ਉਹ ਤਾਂ ਨਜਾਇਜ਼ ਹਥਿਆਰ ਵਰਤੇ ਜਾ ਰਹੇ, ਉੱਥੇ ਕੋਈ ਲਾਇਸੈਂਸੀ ਵੈਪਨ ਥੋੜਾ ਹੈਗੇ। ਤੇ ਇਹ ਤਾਂ ਬਿਲਕੁਲ ਹੀ ਬੇਵਕੂਫਾਨਾ ਆਰਡਰ ਹੈ। ਜਿਸ ਅਫਸਰ ਨੇ ਵੀ, ਜਿਸ ਬੰਦੇ ਨੇ ਵੀ ਗਾਈਡ ਕੀਤਾ ਇਹਨੂੰ, CM ਨੂੰ, ਇਹ ਬਿਲਕੁਲ ਹੀ ਮਤਲਬ ਬੇਵਕੂਫਾਂ ਵਾਲੀ ਗੱਲ ਹੈ। ਔਰ ਜਲੂਸ ਇਹਨਾਂ ਦਾ ਨਿਕਲ ਰਿਹਾ, ਪਿੱਛੇ ਹਟ ਰਹੇ ਆ, ਆਪਦੀਆਂ ਫੋਟੋਆਂ ਲੋਕਾਂ ਨੇ ਕੱਢ ਕੇ ਇਹਨਾਂ ਦੀਆਂ ਪਾ ਦਿੱਤੀਆਂ। ਹੁਣ ਇਹਨਾਂ ਕੋਲ ਜਵਾਬ ਕੋਈ ਨਹੀਂ ਹੈਗਾ। ਚਾਹੀਦਾ ਇਹ ਸੀਗਾ ਕਿ ਮਤਲਬ ਜਿਹੜਾ ਹੈਗਾ ਨਜਾਇਜ਼ ਵੈਪਨ ਜਿਹੜਾ ਜਿੱਥੋਂ ਡਿਲੀਵਰੀ ਹੋ ਰਹੀ ਹੈ, ਜੋ ਉਹਦੇ ਉਸ ਨੈਕਸਸ ਤੇ ਧਿਆਨ ਕੀਤਾ ਜਾਂਦਾ, ਨਾ ਕਿ ਉਹ ਲਾਇਸੈਂਸ ਜਿਹੜੇ ਕਿ ਪਹਿਲਾਂ 50-50 ਰੁਪਏ ਤੇ ਰੈੱਡ ਕਰਾਸ ਦੀ ਫੀਸਾਂ ਭਰਾਉਂਦੇ ਆ, ਫਿਰ ਉਹ ਹੋਰ ਪਤਾ ਨਹੀਂ 1.5-2 ਲੱਖ ਰੁਪਏ ਲੋਕਾਂ ਦੇ ਖਰਚ ਹੋ ਜਾਂਦੇ ਲਾਇਸੈਂਸ ਬਣਾਉਣ 'ਚ, ਫਿਰ ਉਦੋਂ ਬਾਅਦ ਵੈਪਨ ਲੈਂਦਾ ਉਹ, ਤੇ ਉਹ ਇਹਨਾਂ ਗਲਤ ਕੰਮ ਕਿਉਂ ਕਰੂਗਾ ਉਹ? ਜੇ ਕੋਈ ਹੁੰਦਾ ਹੈ ਕੋਈ ਇਹੋ ਜਿਹੀ ਗੱਲਬਾਤ, ਸਿਰਫ ਸੂਰੀ ਵਾਲੇ ਕੇਸ ਨੂੰ ਜੇ ਛੱਡ ਦਈਏ ਤੇ ਕਦੇ ਲਾਇਸੈਂਸ ਵੈਪਨ ਜਿਹੜਾ ਯੂਜ਼ ਹੋਇਆ ਆਪਾਂ ਕਦੇ ਵੇਖਿਆ ਨਹੀਂ ਹੈਗਾ। ਉਸ ਉਹ ਬਿਲਕੁਲ ਉਹ ਡਰਾਈਵ ਜਿਹੜੀ ਹੈਗੀ ਬਿਲਕੁਲ ਬੇਵਕੂਫਾਨਾ ਡਰਾਈਵ ਹੈਗੀ ਹੈ, ਜਿਹੜੀ ਕਿ ਪਤਾ ਨਹੀਂ ਕਿਹਦੇ ਕਹਿਣ ਤੇ ਕੀਤੀ ਗਈ ਹੈ। ਕਿਉਂਕਿ ਸਾਡੇ ਪੁਲਿਸ ਦੇ ਡਿਪਾਰਟਮੈਂਟ ਦੇ ਅਫਸਰ ਵੀ ਜਿਹੜੇ ਹੈਗੇ ਅਨਪ੍ਰੋਫੈਸ਼ਨਲ ਹੈਗੇ ਆ, ਚੱਜ ਦੇ ਬੰਦੇ ਤੁਹਾਨੂੰ ਮੈਂ ਦੱਸਿਆ ਵੀ ਉਹ ਇੱਥੇ ਐਕਸੈਪਟ ਨਹੀਂ ਹੈਗੇ। ਤੇ ਜਿਹੜੇ ਇਹਨਾਂ ਦੀ ਤੂਤੀ ਜਿਹੜੀ ਵਜਾਉਂਦੇ ਆ ਉਹਦੇ ਵਿੱਚ ਹਾਂ ਜਾਂ ਬੋਲਦੇ ਖੂਹ ਦੇ ਡੱਡੂ ਜਿਸ ਤਰ੍ਹਾਂ ਦੀ ਆਵਾਜ਼ ਕੱਢਦੇ ਉਹ ਅੱਗੋਂ ਯੈਸ ਸਰ ਕਹਿ ਕੇ ਕਹਿੰਦੇ ਆ, ਉਹ ਇਹਨਾਂ ਨੂੰ ਚਾਹੀਦੇ ਤੇ ਫਿਰ ਰਿਜ਼ਲਟ ਇਹੋ ਜਿਹੇ ਆਉਣਗੇ ਸਾਹਮਣੇ। ਬਹੁਤ ਬਹੁਤ ਧੰਨਵਾਦ ਸੇਖੋਂ ਸਾਹਿਬ, ਤੁਸੀਂ ਜਿਹੜਾ ਸਮਾਂ ਦਿੱਤਾ। ਥੈਂਕ ਯੂ ਜੀ, ਥੈਂਕ ਯੂ। ਸੋ ਬਲਵਿੰਦਰ ਸੇਖੋਂ ਸਾਡੇ ਨਾਲ ਸੀਗੇ, ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਰਚਾ ਕਰ ਰਹੇ ਸੀਗੇ, ਕਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਬਣੇ ਹੋਏ ਨੇ, ਸਰਕਾਰ ਦਾ ਕੀ ਰੋਲ ਆ ਤੇ ਪਿਛਲੇ ਸਰਕਾਰਾਂ ਕੀ ਕਰ ਗਈਆਂ ਨੇ। ਸੋ ਉਮੀਦ ਹੈ ਕਿ ਕੁਝ ਗੱਲਬਾਤ ਜਿਹੜੀ ਹੋਈ ਆ ਉਹ ਤੁਹਾਨੂੰ ਪਸੰਦ ਆਈ ਹੋਵੇਗੀ। ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦੇ ਇਜਾਜ਼ਤ। ਦੇਖਦੇ TV ਪੰਜਾਬ, ਧੰਨਵਾਦ।